मशवरा दिओ नेक कि ਜਿਹੜੇ ਲੋਕ ਕਿਸ਼ਤਾਂ ਤੇ ਮਾਲ ਲੈਂਦੇ ਨੇ ਉਹਨਾਂ ਨੂੰ ਲੈਣਾ ਚਾਹੀਦਾ ਕਿ ਨਹੀਂ? ਨਹੀਂ ਲੈਣਾ ਚਾਹੀਦਾ। ਜ਼ਰਾ ਦੱਸਿਓ ਉਹਦਾ ਕੀ ਨੁਕਸਾਨ ਹੋ ਸਕਦਾ? ਉਹਦਾ ਬਹੁਤ ਨੁਕਸਾਨ ਹੈ। ਕਿ ਨਾਲ ਇਹ ਮੌਸਮ ਦੇ ਹਿਸਾਬ ਨਾਲ ਮਈਆਂ ਚੱਲਦੀਆਂ ਨੇ। ਕਿ ਨਾਲ ਇਹ ਹੁਣ ਅੱਜ ਕੱਲ੍ਹ ਮੌਸਮ ਹੈ ਇਹ ਖੁਸ਼ਕ ਇਹ ਮਈਆਂ ਥੱਲੇ ਦੁੱਧ ਉਹਨਾਂ ਗੁਸਤਾਲਾ ਖਾਣ ਲੱਗ ਪੈਣਾ। ਇਹਨਾਂ ਮਈਆਂ ਨੇ ਕਿ ਨਾਲ ਇਹ ਦੁੱਧ ਜ਼ਿਆਦਾ ਦੇਣਾ। ਮਈਆਂ ਨੇ ਖਾਣਾ ਨਾ ਜਿਉਂ ਕੋ ਮੌਸਮ ਖੁੱਲਣਾ ਕਿ ਨਾਲ ਇਹ 12ਵੇਂ ਤੋਂ ਬਾਅਦ ਫਗਣ ਚੇਤਰ ਤੱਕ ਚੇਤਰ ਤੋਂ ਬਾਅਦ ਫਿਰ ਮੌਸਮ ਜਿਹੜਾ ਮਈਆਂ ਪੂਰੀ ਐਵਰੇਜ ਤੇ ਆ ਜਾਂਦਾ ਕਿ ਨਾਲ ਮਾਲ ਦੁੱਧ ਦਿੰਦਾ। ਫਿਰ ਵੰਡ ਛੰਡ ਨਾ ਪਾਈਏ ਫਿਰ ਦੁੱਧ ਉਧਰੋਂ ਸੌਣ ਦਾ ਭਾਦਰੋਂ ਪੱਠੇ 'ਚ ਦੁੱਧ ਦੇ ਉਧਰੋਂ ਕਿ ਨਾਲ ਹੀ ਫਗਣ ਤੇ ਚੇਤਰ ਦੁੱਧ ਦੇ ਔਰ ਬਕਾਇਆ ਪੂਰਾ ਸਾਲ ਜੋ ਪਾਉਣਾ ਜੋ ਚੋਣਾ। ਇਹ ਜੇਠ ਹਾੜ ਤੇ ਸਾਡੇ ਮਾਲ ਸੂਏ ਜਿਹੜਾ ਜੇਠ ਹਾੜ 'ਚ ਮਾਲ ਸੂਏਗਾ ਉਹ ਸਾਡਾ ਸਾਲ ਪੂਰਾ ਮਾਲ ਸਾਨੂੰ ਦੁੱਧ ਦੇਗਾ। ਜਿਹੜਾ ਮਾਲ ਹੁਣ ਸੂਣਾ ਕਿ ਨਾਲ ਹੀ ਇਹ ਵੀ ਦੁੱਧ ਦੇਗਾ ਪੂਰੇ ਸਾਲ ਨਾਲ ਰੂਟੀਨ। ਲੇਕਿਨ ਅਸੀਂ ਕਹਿੰਦੇ ਆ ਕਿ ਜਿਹੜਾ ਮਾਲ 9ਵੇਂ 10ਵੇਂ ਮਹੀਨੇ 'ਚ ਗੱਭਣ ਹੋਏ ਉਹ ਸਾਨੂੰ ਜੇਠ ਹਾੜ 'ਚ ਰਲ ਜਾਂਦਾ। ਠੀਕ ਹੈ। ਅੱਛਾ ਇਹ ਦੱਸੋ ਕਿ ਤੁਹਾਡੇ ਵਾਲ ਸਾਹਿਬ ਨੇ ਬੜਾ ਨਾਂ ਕਮਾਇਆ ਤਾਂ ਉਹਨਾਂ ਦਾ ਨਾਂ ਕਿਉਂ ਪੂਰੇ ਸਿਆਲਕੋਟ 'ਚ ਕਿਸ ਵਜ੍ਹਾ ਤੋਂ ਮਸ਼ਹੂਰ ਸੀ? ਉਹਨਾਂ ਦਾ ਇੱਕ ਸ਼ੌਕ ਸੀ। ਅੱਛਾ ਉਹ ਸ਼ੌਕ ਰੱਖਦੇ ਸਨ ਕਿ ਨਾਲ ਹੀ ਉਹਨਾਂ ਨੂੰ ਇੱਕ ਨਸ਼ਾ ਸੀ ਮਾਲ ਦੇ ਨਾਲ। ਵਾਹ। ਉਹ ਮਾਲ ਦੇ ਨਾਲ ਉਹਨਾਂ ਇਸ਼ਕ ਕੀਤਾ। ਵਾਹ ਬਈ ਵਾਹ। ਉਹਨਾਂ ਨੂੰ ਕੋਈ ਦੁਨੀਆ ਦੀ ਸ਼ੈ ਨਹੀਂ ਉਹਨਾਂ ਬਰਾਬਰਾ ਕੁਝ ਕੀਤਾ ਕਿ ਨਾਲ ਹੀ ਦੁਨੀਆ ਦੇ ਵਿੱਚ ਲੇਕਿਨ ਉਹਨਾਂ ਨੂੰ ਆਪਣੇ ਮਾਲ ਦੇ ਨਾਲ ਇਸ਼ਕ ਹੋਇਆ। ਉਹਨਾਂ ਮਾਲ ਤੋਂ ਨਾਂ ਕਮਾਇਆ ਆਪਣਾ। ਬਜਵਾਤ ਸਿਆਲਕੋਟ ਜਿੰਨੇ ਵੀ ਸਾਡੇ ਐਸੇ ਜਿੰਨੇ ਸਾਡੇ ਆਲ ਕੋਲ ਇਲਾਕਾ ਲੱਗਦੇ ਸਾਡੇ ਵਾਲ ਸਾਹਿਬ ਨੂੰ ਜ਼ਰੂਰ ਜਾਣਦੇ ਹੋਣਗੇ ਚੌਧਰੀ ਪੱਪੂ ਜ਼ੈਲਦਾਰ। ਚੌਧਰੀ ਪੱਪੂ ਜ਼ੈਲਦਾਰ ਔਰ ਸਾਡੇ ਨਾਜ਼ਰੀਨ ਜਿਹੜੇ ਸੁਣ ਰਹੇ ਨੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਕਮੈਂਟ ਵਿੱਚ ਜ਼ਰੂਰ ਦੱਸੋ ਕਿ ਜਿਹੜੇ ਚੌਧਰੀ ਸਾਹਿਬ ਨੂੰ ਜਾਣਦੇ ਨੇ ਜੀ ਤੇ ਜਾਣਦੇ ਹੋਣਗੇ ਜ਼ਿਆਦਾਤਰ ਜਾਣਦੇ ਹੋਣਗੇ ਵਪਾਰੀ ਬਹੁਤ ਜਾਣਦੇ ਨੇ ਉਹਨਾਂ ਨੂੰ। ਠੀਕ ਹੋ ਗਿਆ। ਤੇ ਉਹਨਾਂ ਦਾ ਜਿਹੜਾ ਸ਼ੌਕ ਸੀ ਤੁਹਾਂ ਗਿਆ ਉਹਨਾਂ ਨੇ ਜਾਨਵਰਾਂ ਨਾਲ ਇਸ਼ਕ ਕੀਤਾ ਤੁਸੀਂ ਕਿਸ ਲਿਹਾਜ਼ ਨਾਲ ਉਹਨਾਂ ਦਾ ਇਸ਼ਕ ਵੇਖਿਆ? ਉਹਨਾਂ ਨੂੰ ਇੱਕ ਦਿਲੀ ਜਜ਼ਬਾਤ ਸੀ ਕਿ ਨਾਲ ਹੀ ਮਾਲ ਦੇ ਨਾਲ ਕਿ ਨਾਲ ਹੀ ਉਹ ਮਾਲ ਦੇ ਨਾਲ ਉਹਨਾਂ ਚੰਗੀ ਤੋਂ ਚੰਗੀ ਮੈਂ ਲੈਣੀ ਹੈ ਮਾੜੀ ਮੈਂ ਉਹਨਾਂ ਨਹੀਂ ਲੈਣੀ। ਅੱਛਾ। ਤੇ ਮਾਲ ਨੂੰ ਚੰਗੇ ਭੱਠੇ ਪਾਣੇ ਨੇ ਹਿਸਾਬ ਨਾਲ ਕਿ ਉਹਨਾਂ ਆਪਣਾ ਘਰ ਬਾਹਰ ਵੇਚ ਕੇ ਮਾਲ ਤੇ ਲਾਸ਼ ਰਿਆ ਸੀ। ਅੱਛਾ। ਹਾਂਜੀ। ਤੇ ਕਿੰਨੇ ਜਾਨਵਰ ਨਾਲ ਮੈਕਸਿਮਮ ਰੱਖੇ ਸਨ? ਉਹ ਵਪਾਰ ਕਰਦੇ ਸਨ ਪਹਿਲੇ। ਅੱਛਾ। ਉਹ ਜਿਹੜਾ ਕਿ ਆਇਆ ਮਾੜਾ ਧੋੜਾ ਹੈਗਾ ਚੋ ਸਭ ਮਾਲ ਉਹਨਾਂ ਮਈਆਂ ਦੇ ਵੰਡੀਆਂ ਨੇ ਕਿ ਨਾਲ ਹੀ ਇਸ ਤਰ੍ਹਾਂ ਜਿਵੇਂ ਕਿ ਲੋਕ ਚੋਲ ਨਹੀਂ ਵੰਡਦੇ। ਅੱਛਾ ਤੁਹਾਡੇ ਵਾਲ ਸਾਹਿਬ ਦਾ ਜਿਹੜਾ ਨਾਮ ਹੈ ਉਹ ਕਿਸ ਵਜ੍ਹਾ ਤੋਂ ਮਸ਼ਹੂਰ ਰਿਹਾ? ਉਹ ਸ਼ੌਕ ਕਰਦੇ ਸਨ ਕਿ ਨਾਲ ਹੀ ਮਾਲ ਦਾ ਜੀ ਮਾਲ ਡੰਗਰ ਦਾ ਉਹਨਾਂ ਨੂੰ ਬੜਾ ਸ਼ੌਕ ਸੀ ਬਚਪਨ ਤੋਂ ਹੀ ਸ਼ੌਕ ਸੀ ਇੱਕ ਉਹਨਾਂ ਨੂੰ। ਠੀਕ ਹੈ। ਤੇ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੇ ਕਿੰਨੀਆਂ ਮੱਝਾਂ ਰੱਖੀਆਂ? ਮੱਝਾਂ ਦੇ ਉਹਨਾਂ ਕਿ ਨਾਲ ਹੀ 90 ਤੋਂ ਲੈ ਕੇ ਤੇ 105 ਤੱਕ ਉਹਨੇ ਮੱਝਾਂ ਰੱਖੀਆਂ ਹਨ ਪਾਪਾ ਮੇਰੇ ਨੇ। ਤੇ ਮੈਂ ਤੁਹਾਡੇ ਕੋਲ ਆਉਂਦਾ ਹੁਣ ਹੀ ਉਹਨਾਂ ਮਾਲ ਜਿਹਨਾਂ ਪਹਿਲਾਂ ਉਹਨਾਂ ਨਾਲ ਵਪਾਰ ਹੀ ਕੀਤਾ ਤੇ ਵਪਾਰ ਸਮਝ ਲਓ ਕਿ ਮਈਆਂ ਲਿਆਂਦੀਆਂ ਤੇ ਵੇਚ ਰਹੀਆਂ ਮਾਲ ਡੇਰੇ ਬੰਨਿਆਂ ਦੇ ਵੇਚ ਰਿਹਾ ਕਿ ਨਾਲ ਹੀ ਉਹ ਲੋਕਾਂ ਦੇ ਘਰ ਹੀ ਉਹਨਾਂ ਭਰਿਆ ਫਿਰ ਖੀਰ ਕਿ ਨਾਲ ਹੀ ਗ੍ਰਾਈ ਕਰਨੀ ਪੈਂਦੀ ਸੀ ਉਹਨਾਂ ਨੂੰ ਕਿ ਨਾਲ ਬੜਾ ਸ਼ਹਿਰ ਦੇ ਵਿੱਚ ਖੱਜਲ ਖੁਆਰ ਹੋਣਾ ਲੋਕ ਪੈਸੇ ਨਹੀਂ ਸਾ ਦਿੰਦੇ ਬੜੇ ਜੇ ਲੋਕ ਜਿਹੜੇ ਨੇ ਫਿਰ ਪੈਸੇ ਲੋਕਾਂ ਕੋਲ ਲੈਣੇ ਨੇ। ਅੱਛਾ। ਹਾਂਜੀ। ਤੇ ਬੜੇ ਵਪਾਰੀਆਂ ਨੇ ਉਹਨਾਂ ਦਾ ਤਲਕ ਵਾਸਤਾ ਵੀ ਰਿਹਾ ਕਿ ਨਾਲ ਹੀ ਮਾਲ ਦਿੰਦੇ ਰਹੇ ਨੇ ਲਿਆ ਕੇ ਆਪੀ ਵੀ ਮਾਲ ਲਿਆਂਦੇ ਰਹੇ ਨੇ ਜਾ ਕੇ ਫਿਰ ਹੁਣ ਇੱਥੋਂ ਮਾਲ ਲਈਦਾ ਬਹੁਤਾ ਕਿ ਨਾਲ ਹੀ ਸ਼ਫੀ ਦੇ ਭੱਠੇ ਤੋਂ ਨਾ ਮਾਲ ਲਿਆ। ਤੇ ਉਹ ਆਪੀ ਮਾਲ ਕਿੱਥੋਂ ਲਿਆਂਦੇ ਰਹੇ ਨੇ? ਉਹ ਆਪੀ ਕਿ ਨਾਲ ਹੀ ਹਿਸਾਬ ਨਾਲ ਉਹਨਾਂ ਦੇ ਤਲਕ ਹੀ ਬੜਾ ਬਣ ਗਿਆ ਸੀ ਕਿ ਨਾਲ ਹੀ ਜਿੱਧਰ ਨੂੰ ਨਾ ਮੂੰਹ ਕਰਨਾ ਮਾਲ ਲੈਣਾ ਬਜਵਾ ਜਾਣਾ ਬਜਵਾਥੋਂ ਲੈਣਾ ਜੇ ਇੱਧਰ ਨੀਲੀ ਵਾਲਾ ਇੱਧਰ ਜਰਾਵੀ ਵਾਲ ਜਾਣਾ ਇੱਧਰੋਂ ਮਾਲ ਲੈਣਾ ਕਿ ਨਾਲ ਹੀ ਹਿਸਾਬ ਨਾਲ ਜਿਹੜੀ ਜੂਝ ਜਾਣਾ ਉਹਨਾਂ ਮਾਲ ਲੈ ਕੇ ਆਣਾ। ਠੀਕ ਹੋ ਗਿਆ। ਹਾਂਜੀ। ਤੇ ਉਹਨਾਂ ਦੀਆਂ ਮੱਝਾਂ ਜਿਹੜੀਆਂ ਉਹਨਾਂ ਨੇ ਲਿਆਂਦੀਆਂ ਹੁਣ ਹਲੇ ਵੀ ਡੇਰੇ ਤੇ ਮੌਜੂਦ ਨੇ? ਜੀ ਹੈਗੀਆਂ ਨੇ। ਝੋਟੀ ਇੱਕ ਨਿੱਕੀ ਜਿਹੀ ਉਹਨਾਂ ਨੂੰ ਆਈ ਹੈ ਤੁਹਾਨੂੰ ਸਭ ਤੋਂ ਪਹਿਲੇ ਇੱਕ ਝੋਟੀ ਵਾਈ ਹੈ ਉਹਨਾਂ 3,15,000 ਦੀ ਕੈਸ਼ ਲਈ ਅੱਡੇ ਦੇ ਵਿੱਚੋਂ ਬਾਸ ਫੋਤ ਹੋ ਗਿਆ ਕਿ ਨਾਲ ਹੀ ਉਹਨਾਂ ਕੋਲ। ਠੀਕ ਹੈ। ਹਾਂਜੀ। ਮਾਲ ਉਹਨਾਂ ਕੋਈ ਵੀ ਕਿ ਨਾਲ ਹੀ ਬਸੂਰਾ ਨਹੀਂ ਰੱਖਿਆ ਕਿਸੇ ਦਾ ਸਿੰਘ ਆਊਂ ਕਿਸੇ ਦਾ ਉਹਨਾਂ ਸੋਹਣੀਆਂ ਝੋਟੀਆਂ ਰੱਖੀਆਂ ਨੇ ਪੀਠ ਕੁੰਨੀਆਂ ਖਾਸ ਬਹੁਤੀਆਂ ਨੀਲੀ ਦੀਆਂ ਵਿੱਚ ਹੋਣਗੀਆਂ ਤੇ ਮੈਂ ਹੀ ਉਹਨਾਂ ਦੀਆਂ ਕਿ ਨਾਲ ਹੀ ਖੰਗੜੀ ਤੋਂ ਖੰਗੜੀ ਮੈਂ ਵੀ 8 ਕਿਲੋ ਦੁੱਧ ਦੇਗੀ। ਵਾਹ। ਹਾਂਜੀ। ਮੈਂ ਉਹਨਾਂ ਚੰਗੀਆਂ ਰੱਖੀਆਂ ਨੇ। ਤੁਸੀਂ ਚੋਂਕਿ ਉਹਨਾਂ ਦੀ ਸੋਭਤ ਚ ਰਵੇ ਹੋ ਜੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਵਾਲ ਸਾਹਿਬ ਕਿਸ ਤਰ੍ਹਾਂ ਮਾਲ ਖਰੀਦ ਰਹੇ ਨੇ ਜਰਾ ਨਾਜ਼ਰੀਨ ਨੂੰ ਦੱਸੋ ਕਿ ਉਹ ਕਿਹੜੀਆਂ ਨਿਸ਼ਾਨੀਆਂ ਹੁੰਦੀਆਂ ਨੇ ਜਿਹੜੀ ਮੱਝ ਲੈਣ ਲੱਗਿਆਂ ਜ਼ੇਨ ਵਿੱਚ ਰੱਖਣੀਆਂ ਚਾਹੀਦੀਆਂ ਨੇ? ਉਹਨਾਂ ਦਾ ਤਜਰਬਾ ਭਰਾ ਹੋ ਗਿਆ ਸੀ ਉਹਨਾਂ ਦਾ ਵੀ ਭਰਿਆ ਆਪਣੇ ਆਪ ਨੂੰ ਲਵਾਏ ਨੇ ਮੰਡੀਆਂ ਦੇ ਵਿੱਚ ਸਾਰੇ ਦਾਗ ਖਾ ਕੇ ਬੰਦਾ ਤਜਰਬਾ ਉਹਨਾਂ ਦਾ ਤਜਰਬਾ ਹੋ ਗਿਆ ਸੀ ਲੇਕਿਨ ਅਸੀਂ ਉਹਨਾਂ ਦੇ ਤੌਰ ਤੇ ਨਹੀਂ ਪੁੱਜੇ ਸਾਨੂੰ ਤਾਂ 8 ਜਾਂ 9 ਮਹੀਨੇ ਦੇ ਕੰਮ ਚ ਹੋਏ ਨਹੀਂ ਆਇਆ ਲੇਕਿਨ ਉਹਨਾਂ ਦਾ ਤਜਰਬਾ ਸਾਡੇ ਤੋਂ ਮਜ਼ੀਦ ਜ਼ਿਆਦਾ ਸੀ ਉਹਨਾਂ ਨੂੰ ਦਾਅ ਨਹੀਂ ਸੀ ਕੋਈ ਲਾ ਸਕਦਾ। 7-8 ਮਹੀਨੇ ਤੋਂ ਹੋਏ ਨੇ ਕਿ ਉਹ ਮਤਲਬ ਦੁਨੀਆ ਤੋਂ ਚਲੇ ਗਏ ਲੇਕਿਨ ਉਸ ਤੋਂ ਪਹਿਲੇ ਵੀ ਤਾਂ ਤੁਸੀਂ ਨਾਲ ਹੀ ਹੋਣਾ। ਲੇਕਿਨ ਅਸੀਂ ਧਾਰਾਂ ਤੱਕ ਧਾਰਾਂ ਦੁੱਧ ਦੇ ਨਾ ਬਕਾਇਆ ਜੋ ਮਾਲ ਲਿਆਂਦੇ ਸਨ ਵੇਚਦੇ ਹਨ ਉਹ ਹੀ ਕਰਦੇ ਸਨ ਉਹ ਕਈ ਵਾਰੀ ਉਹਨਾਂ ਟਰੰਡੀ ਵੇਚ ਰਹੀਏ। ਅੱਛਾ। ਹਾਂਜੀ। ਜ਼ਬਰਦਸਤ ਯਾਨੀ ਇੰਨਾ ਕੁ ਉਹਨਾਂ ਦਾ ਨਾਂ ਸੀ ਕਿ ਲੋਕ ਉਹਨਾਂ ਦਾ ਯਕੀਨ ਕਰਦੇ ਹਨ। ਬਿਲਕੁਲ। ਟਰੰਡੀ ਵੇਚ ਰਹੀ ਉਹਨਾਂ ਟਰੰਡੀ ਦੀਆਂ ਟਰੰਡੀਆਂ ਵੀ ਖਰੀਦੀਆਂ ਨੇ। ਉਹਨਾਂ ਦਾ ਇੱਕ ਸਿਆਲਕੋਟ ਚ ਨਾਂ ਹੈ ਕਿ ਨਾਲ ਹੀ ਚੌਧਰੀ ਪੱਪੂ ਜ਼ੈਲਦਾਰ ਕਿ ਨਾਲ ਹੀ ਉਂਝ ਕਿ ਨਾਲ ਹੀ ਫਿਰ ਹੀਰ ਦੇ ਆ ਕੇ ਉਹਨਾਂ ਵਪਾਰ ਚਲੇ ਕੋ 8-7 ਸਾਲ ਹੋ ਗਏ ਨੇ ਫਿਰ ਉਹਨਾਂ ਆਪਣਾ ਮਾਲ ਬਣ ਲਿਆ ਜਦੋਂ ਅਸੀਂ ਨਾਲ ਰਲੇ ਨਾ ਜਦੋਂ ਅਸੀਂ ਧਾਰਾ ਸ਼ਾਰਾ ਕੱਢ ਲੱਗ ਪਏ ਕੋਈ 200 ਲੈ ਕੇ ਸ਼ਹਿਰ ਜਾਣ ਲੱਗ ਪਏ ਤੇ ਫਿਰ ਉਹਨਾਂ ਛੱਡ ਛੜਿਆ ਕਿ ਨਾਲ ਹੀ ਅਸੀਂ ਤਰੇਚਾ ਭਾਈਆਂ ਆਪਣੀ ਕੰਮ ਕਰਨੇ ਆ ਕਿ ਨਾਲ ਹੀ ਤੇ ਤਾਂ ਜਾ ਕੇ ਅਸੀਂ ਕਿ ਨਾਲ ਹੀ ਡੇਅਰੀ ਫਾਰਮ ਨੂੰ ਕੰਟਰੋਲ ਕੀਤਾ।
ਜੇ ਸਾਰਾ ਮੁਲਾਜ਼ਮਾਂ ਤੇ ਹੋ ਜਾਏ ਕੰਮ ਨਹੀਂ ਚੱਲਦਾ। ਠੀਕ ਹੋ ਗਿਆ। ਇਹ ਬਕਾਇਦਾ ਧਾਰਾ ਸ਼ਾਰਾ ਅਸੀਂ ਆਪ ਖੁਦ ਕਰਨੇ, ਨਾਲ ਅਸੀਂ ਬੰਦੇ ਰੱਖੇ ਹੋਏ ਨੇ ਪੱਠੇ ਵੱਢਣ ਵਾਲੇ, ਸਾਰਾ ਜੋ ਵੀ ਆ ਆਪ ਹੀ ਦੱਸਾਂ, ਕਦੀ ਦਾਤਰੀ ਨਹੀਂ ਫੜੀ, ਬੰਦਿਆਂ ਕੋ ਸਾਰਾ ਕੁਝ ਕਰਾਉਣਾ ਕਿ ਨਾਲ ਟਰੈਕਟਰ ਘੋੜੇ ਛੋੜੇ ਰੱਖੇ ਨੇ, ਮਸ਼ੀਨਰੀ ਸਾਰੀ ਰੱਖੀ। ਯਾਨੀ ਜਿਹੜਾ ਡੇਰੇ ਦੇ ਉੱਤੇ ਕੰਮ ਹੈ ਉਹ ਤੁਸੀਂ ਆਪ ਹੀ ਕਰਦੇ ਹੋ, ਬਾਹਰ ਜਿਹੜਾ ਬਾਹਰ ਵਾਲਾ ਕੰਮ ਜਿਹੜੀਆਂ ਪੂਲ ਧਾਰਾਂ ਤੇ ਦੁੱਧ ਦੇਣਾ ਅਸੀਂ ਤੇਰੇ ਭਰਾ ਖੁਦ ਦਿੰਨੇ ਆ ਕਿ ਨਾਲ ਹੀ ਲੈ ਕੇ ਦੁੱਧ ਛੋਕ ਦੇ ਧਾਰਾ ਸ਼ਾਰਾ ਅਸੀਂ ਖੁਦ ਕੱਢਨੇ ਆ, ਨਾਲ ਬੰਦੇ ਨੇ ਸਾਡੇ 4-5 ਆਪਣੇ ਘਰ ਦੇ ਕਿ ਜਿਹੜੇ ਆਪਣੇ ਸਾਡੇ ਵਾਲ ਸਾਹਿਬ ਦੇ ਤੋੜਦੇ ਨੇ, ਕੋਈ 35 ਸਾਲ ਹੋ ਗਏ ਸਾਡੇ ਕੋਲ ਨੇ ਬੰਦੇ, ਉਹ ਹੀ ਸਾਡੇ ਕੋਲ ਬੰਦੇ। ਤੇ ਤੁਹਾਡੇ ਵਾਲ ਸਾਹਿਬ ਦੇ ਦੌਰ ਵਿੱਚ ਤੁਹਾਡੇ ਕੋਲ ਜਿਹੜੇ ਜਾਨਵਰ ਸਨ ਉਹ ਮੈਕਸਿਮਮ ਕਿੰਨਾ ਕੁ ਦੁੱਧ ਦਿੰਦੇ ਹਨ ਤੇ ਹੁਣ ਕਿੰਨਾ ਕੁ ਦਿੰਦੇ ਨੇ? ਮੇਰੇ ਵਾਲ ਸਾਹਿਬ ਦੀ ਸਾਂਭ ਭਰੀ ਸੀ ਕਿ ਨਾਲ ਹੀ। ਉਹੀ ਪੁੱਛ ਰਿਹਾ ਨਾ ਕਿ ਇੱਕ ਮੱਝ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦੇਈ ਜਾਂਦੀ? ਮੇਰੇ ਵਾਲ ਸਾਹਿਬ ਕੋ ਮਈਆਂ 18 ਕਿਲੋ ਵੀ ਦਿੱਤਾ ਤੇ ਹੁਣ ਉਹ ਮਈਆਂ 13-14 ਕਿਲੋ ਐਵਰੇਜ ਤੇ ਦੇਣੀਆਂ, ਲੇਕਿਨ ਉਹ ਵੰਡ ਭਰਾ ਪਾਉਂਦੇ ਨੇ, ਕਰਦੇ ਨੇ ਸਸਤੇ ਵੇਲੇ ਸਾਨੂੰ ਦੂਜੀ ਨਾਲ ਹੀ। ਹੁਣ ਮਹਿੰਗਾਈ ਬਹੁਤ ਹੋ ਗਈ ਹੈ, ਉਹ ਵੰਡ ਥੋੜੀ ਪੇਸ਼ ਨਹੀਂ ਜਾਣ ਦਿੰਦਾ ਕਿ ਨਾਲ ਹੀ। ਹੁਣ ਤੁਸੀਂ ਇਸ ਟਾਈਮ ਕਿੰਨਾ ਕੁ ਵੰਡਾ ਪਾਉਂਦੇ ਪਏ? ਵੰਡਾ ਇਸ ਟਾਈਮ ਕਿ ਨਾਲ ਹੀ ਮਾਲ ਨੂੰ ਕਿ ਨਾਲ ਹੀ ਇੱਕ ਮੱਝ ਨੂੰ 20 ਕਿਲੋ ਜਿਹੜੀ ਲੈ ਰਹੀ ਹੈ ਉਹਨੂੰ 6 ਤੋਂ 7 ਕਿਲੋ ਵੰਡਾ ਪਾ ਰਹੇ ਆ। ਠੀਕ ਹੈ। ਚਲਿਆ ਦੇ ਖਾਲ ਬਣਾਉਣਾ 6-7 ਕਿਲੋ ਵੰਡਾ ਤੇ ਬੜਾ ਹੁੰਦਾ, ਲੇਕਿਨ ਵੰਡ 'ਚ ਫਰਕ ਹੁੰਦਾ ਨਾ, ਕੋਈ ਸਾਹਿਬ ਕਿ ਵੰਡ ਜਿਸ ਤਰ੍ਹਾਂ ਥੋੜੀ ਹੋ ਗਈ, ਚੋਕਰ ਹੋ ਗਿਆ ਇਹਦੇ ਨਾਲ। ਅੱਛਾ, ਸਰਦੀਆਂ ਗਰਮੀਆਂ ਦੀ ਕੀ ਇhtiyat ਕਰਦੇ ਪਏ? ਲੋਕਾਂ ਨੂੰ ਮਸ਼ਵਰਾ ਕੋਈ ਅੱਛਾ ਜਿਹਾ ਦੇਵੋ ਤਾਂ ਕਿ ਜਾਨਵਰ ਮਹਿਫੂਜ਼ ਰਹਿਣ, ਬਿਮਾਰ ਨਾ ਹੋਣ। ਸਿਰਫ ਇੱਕ ਹੀ ਹੈ ਕਿ ਜ਼ਿੰਮੇਵਾਰੀ ਨਾਲ ਕੰਮ ਕਰਨ, ਆਪਣੇ ਮਾਲ ਨੂੰ ਮਾਲ ਸਮਝਣ ਕਿ ਨਾਲ ਹੀ ਸਭ ਤੋਂ ਵੱਡੀ ਗੱਲ ਹੈ ਇਹ ਕਿ ਨਾਲ ਹੀ ਕਿ ਆਪਣੇ ਮਾਲ ਨਾਲ ਪੂਰੀ ਤਵੱਜੋ ਦਿੱਤੀ ਜਾਏ ਕਿ ਨਾਲ ਹੀ। ਤੁਹਾਡੀ ਕੀ ਰੂਟੀਨ ਚੱਲਦੀ ਵੀ ਕਿੰਨੇ ਵਜੇ ਸਵੇਰੇ ਪਹਾੜਾ ਕਰਦੇ ਹੋ ਔਰ ਸ਼ਾਮ ਨੂੰ ਕਿੰਨੇ ਵਜੇ? ਅਸੀਂ 3 ਭਾਈ ਆ, ਸਵੇਰੇ ਅਸੀਂ 5 ਵਜੇ ਉੱਠਨੇ ਆ ਤੇ ਕਿ ਨਾਲ ਹੀ 8-8:30 ਸਾਡੀ 9 ਵਜੇ ਦੀ ਚੁਆਈ ਹੁੰਦੀ ਆ ਕਿ ਨਾਲ ਹੀ 200 ਚੋਂਦੇ ਕੋਈ ਦੋ ਸਾਡਾ ਇੱਥੇ ਡੇਰੇ ਦੇ ਵਿਕ ਜਾਂਦਾ ਤੇ ਕੋਈ ਸਾਡਾ ਸ਼ਹਿਰ ਜਾਂਦਾ ਚੋਰੀ ਅਨਸਾਰ ਭਲਵਾਨ ਤੇ ਘੰਟਾ ਘਰ ਇੱਕ ਸਾਦਕ ਦੁੱਧ ਦਹੀਂ ਵਾਲੇ ਉਹਨਾਂ ਨੂੰ ਅਸੀਂ ਦੁੱਧ ਦਿੰਦੇ ਆ ਕਿ ਨਾਲ ਹੀ। ਠੀਕ ਹੈ। ਤੇ ਬਕਾਇਆ ਦੁੱਧ ਸਾਡਾ ਤੇ ਸਾਰਾ ਖਰਾ ਹੀ ਨਿਕਲ ਜਾਂਦਾ। ਸਹੀ ਹੈ। ਨਾਲ ਹੀ ਅਗਰ ਰੂਟੀਨ ਸਾਰੀ ਦਿਹਾੜੀ ਆ ਇਹ ਪੈਲੀ ਕੋਈ ਬੀਜੀ ਕੋਈ ਠੇਕੇ ਤੇ ਕੋਈ 5 ਕਿੱਲੇ ਲੈ ਕੇ ਤੇ ਉਹ ਪੈਲੀ ਸ਼ੈਲੀ ਵਾਲੇ ਕੋਈ ਨਾਲ ਹੀ ਪੱਠੇ ਛੱਟੇ ਉੱਥੋਂ ਰਲ ਜਾਂਦੇ ਨੇ ਸਾਡੇ ਨਾਲ ਹੀ ਤੇ ਬਕਾਇਆ ਜੇ ਥੋੜਾ ਥਾਂ ਤਾਂ ਅਸੀਂ ਮੁੱਲ ਲੈ ਕੇ ਇੱਥੇ ਪਾ ਲਈਦੇ ਨੇ ਕਿ ਨਾਲ ਹੀ ਤੇ ਹਿਸਾਬ ਨਾਲ। ਤੇ ਜ਼ਿਆਦਾ ਜਾਨਵਰ ਹੋਣ ਤੇ ਅਮੂਮਨ ਲੋਕ ਖੁੱਲੇ ਪੱਠੇ ਪਾਉਂਦੇ ਨੇ, ਤੁਹਾਡਾ ਕੀ ਸੀਨ ਹੈ? ਅਸੀਂ 2 ਟੋਕੇ ਲਾਏ ਹੋਏ ਨੇ ਕਿ ਨਾਲ ਹੀ ਕਤਰਾਈ ਵੀ ਕਰੀ ਦੀ ਕਿ ਨਾਲ ਹੀ ਜੇ ਜ਼ਿਆਦਾ ਆਮ ਪੱਠੇ ਹੋ ਜਾਂਦੇ ਫਿਰ ਅਸੀਂ ਸਾਬਤ ਪਾਉਣੇ ਸ਼ੁਰੂ ਕਰ ਦਿੰਦੇ ਆ। ਅੱਛਾ। ਤੇ ਜ਼ਿਆਦਾਤਰ ਸਾਡੇ ਵਾਲ ਸਾਹਿਬ ਨੂੰ ਸ਼ੌਕ ਜਿਹੜਾ ਸੀ ਉਹ ਬੰਨ ਕੇ ਨਾਲ ਹੀ ਮਾਲ ਡੇਰੇ ਤੇ ਰੱਖਣ ਦਾ ਸੀ, ਉਹ ਬੰਨ ਕੇ ਪੱਠੇ ਪਾਉਂਦਾ ਸੀ। ਉਹ ਸਾਡੇ ਤੇ ਆਈ ਅਸੀਂ ਜਿਹੜਾ ਲੋਕ ਕਰਦੇ ਨੇ ਅਸੀਂ ਉਂਝ ਕਰਨ ਲੱਗ ਪਏ ਕਿ ਨਾਲ ਹੀ। ਬਿਹਤਰ ਉਂਝ ਕੀ ਹੁੰਦਾ? ਵੇਚ ਕੇ ਜੋ ਬਚ ਕੇ ਡੰਗਰ ਨੂੰ ਪੱਠੇ ਪਏ ਉਹ ਚੰਗੇ। ਠੀਕ ਹੈ। ਹਾਂਜੀ, ਡੰਗਰ ਤਗੜਾ ਵੀ ਹੋਏਗਾ, ਡੰਗਰ ਦੁੱਧ ਵੀ ਚੰਗਾ ਦੇਗਾ। ਜਾਵਾਂ ਨੂੰ ਕਿਸ ਤਰ੍ਹਾਂ ਬਚਾਉਂਦੇ ਹੋ? ਅਮੂਮਨ ਲੋਕਾਂ ਦੇ ਸਰਦੀਆਂ ਜਾ ਮਰ ਜਾਂਦੇ ਨੇ। ਉਹ ਸਰ ਕਿ ਨਾਲ ਹੀ ਉਹ ਰੂਟੀਨ ਬਾਈ ਰੂਟੀਨ ਹੀ ਹੁੰਦਾ ਕਿ ਨਾਲ ਹੀ ਉਹਨਾਂ ਨੂੰ ਦੁੱਧ ਕਿ ਨਾਲ ਹੀ ਇੱਕ ਰੂਟੀਨ ਦਾ ਛੱਡੀ ਜਾਏ ਜਿੰਨਾ ਦੁੱਧ ਛੱਡਣੀ ਆ। ਜਿਹੜੇ ਜਾਣੇ ਪਹਿਲੇ ਦਿਨ ਬੋਲਾ ਪੀ ਲੈਣਾ ਨਾ ਪਚਾ ਲੈਣਾ ਉਹ ਜਾ ਕੇ ਨਾਲ ਹੀ ਉਹਨੂੰ ਰੂਟੀਨ ਦਾ ਦੁੱਧ ਛੱਡੀ ਉਹ ਜਾ ਭੱਜ ਜਾਂਦਾ। ਯਾਨੀ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਤੁਹਾਡੇ ਜਾ ਮੈਕਸਿਮਮ ਬਚ ਜਾਣ? ਜੀ। ਤੇ ਬਚ ਵੀ ਜਾਂਦੇ ਨੇ? ਬਚ ਜਾਂਦੇ ਨੇ। ਠੀਕ ਹੋ ਗਿਆ। ਤੇ ਮੱਝਾਂ ਆਪਣੀਆਂ ਤਿਆਰ ਕਰਦੇ ਜਾਂ ਨਵੀਆਂ ਪਾਉਂਦੇ ਜਾਂਦੇ? ਨਵੀਆਂ ਲਿਆਉਂਦੇ ਆ ਕਿ ਨਾਲ ਹੀ। ਬਿਹਤਰ ਉਂਝ ਕੀ ਹੁੰਦਾ? ਬਿਹਤਰ ਕਿ ਨਾਲ ਹੀ ਚਾਹੀਏ ਕਿ ਨਾਲ ਹੀ ਸਾਡਾ ਤੇ ਕਾਰੋਬਾਰ ਸਾਡੇ ਵਾਲ ਸਾਹਿਬ ਕਰਦੇ ਨੇ, ਅਸੀਂ ਤੇ 1 ਸਾਲ ਵੀ ਨਹੀਂ ਪੂਰਾ ਹੋਇਆ ਸੀ ਇਸ ਕੰਮ 'ਚ ਵੜੇ ਨੇ। ਸਾਡੇ ਵਾਲ ਸਾਹਿਬ ਨੇ ਕੀਤਾ ਕਿ ਨਾਲ ਹੀ ਕੰਮ ਸਾਰਾ। ਉਹ ਵਪਾਰ ਵੀ ਕਰਦੇ ਰਹੇ ਨੇ। ਅੱਛਾ। ਲੇਕਿਨ ਵਪਾਰ 'ਚ ਉਹਨਾਂ ਘਾਟਾ ਹੀ ਖਾਦਾ, ਵਪਾਰ ਦੇ ਵਿੱਚ ਉਹਨਾਂ ਜਿਹੜਾ ਨਾ ਕੋਈ ਨਫਾ ਨਹੀਂ ਕੀਤਾ। ਅੱਜ ਵੀ ਲੋਕਾਂ ਦੇ ਘਰ ਉਹਨਾਂ ਦੇ ਪੈਸੇ ਪਏ ਨੇ ਕਿ ਨਾਲ ਹੀ ਵਪਾਰ ਦੇ ਲੋਕ ਪੈਸੇ ਨਹੀਂ ਦਿੰਦੇ ਕਿ ਨਾਲ ਹੀ। ਮਾਲ ਬਹੁਤ ਮਹਿੰਗਾ ਹੋ ਗਿਆ, ਹੁਣ ਹਰ ਬੰਦੇ ਦੇ ਵੱਸ ਦਾ ਰੋਗ ਨਹੀਂ ਕਿ ਮਾਲ ਲੈਣਾ ਕਿ ਨਾਲ ਹੀ ਕਿ ਕਮ ਸੇ ਕਮ ਵੀ 1 ਮਹੀਨੇ ਵੀ 3 ਲੱਖ ਦੀ ਹੋ ਗਈ ਆਮ ਮਹੀਨੇ। ਤੇ ਸਾਰੀ ਗੱਲ ਹੈ ਜਿਹੜਾ ਵੱਡਾ ਸੈਟਅਪ ਹੈ ਉਹਨੂੰ ਕੋਈ 1 ਮਹੀਨਾ ਦਾ ਫਰਕ ਨਹੀਂ ਪੈਂਦਾ। ਉਹ ਕੁਛ 6 ਤੋਂ 7 ਮਹੀਆਂ ਪਾਏ ਉਹਦਾ ਸਿਲਸਿਲਾ ਸਮਝ 'ਚ ਆਉਂਦਾ, ਇਹਨੂੰ ਮਨ ਦੁੱਧ ਰਲੇ। ਤੇ ਅਸੀਂ ਤੇ ਇਸ ਗੋਲ ਦੇ ਵਿੱਚ ਇੱਕ ਹੀ ਸਮਝਦੇ ਕਿ ਜਿਹੜੀਆਂ 7 ਮਹੀਆਂ ਮਨ ਦੁੱਧ ਕਰਨ ਅਸੀਂ ਉਹਨੂੰ ਚੰਗੀਆਂ ਮਹੀਆਂ ਕਹਿੰਦੇ ਆ। ਠੀਕ ਹੈ। ਹਾਂ। ਅੱਜ ਦੇ ਦੌਰ 'ਚ ਜਿਹੜੀ ਮੱਝ 10 ਕਿਲੋ ਦੁੱਧ ਦੇ ਦੋਵਾਂ ਟਾਈਮਾਂ ਦਾ ਉਹ ਠੀਕ ਰਹਿੰਦੀ? ਉਹ ਠੀਕ ਰਹਿੰਦੀ ਹੈ। ਜਿਹੜੀ 10 ਕਿਲੋ ਥੱਲੇ ਆਉਂਦੀ ਉਹ ਪੱਲਿਓ ਪੈਂਦੀ ਹੈ। ਚਲੋ ਜ਼ਿਆਦਾ ਦੀ ਤਾਂ ਕੋਈ ਲਿਮਿਟ ਨਹੀਂ। ਕਿਸੇ ਗੁਜਰਤ ਬੰਦਾ ਤੁਹਾਡੀ ਗੱਲਬਾਤ ਸੁਣਦਾ ਪਿਆ, ਤੁਸੀਂ ਮਾਸ਼ਾਅੱਲਾ ਬਚਪਨ ਤੋਂ ਵੇਖਦੇ ਪਏ ਸਾਰਾ ਕੁਝ, ਵਾਲ ਸਾਹਿਬ ਨੇ ਵੀ ਕੀਤਾ। ਇੱਕ ਬੰਦਾ ਆਪਣੇ ਘਰ ਬਹਿ ਕੇ ਪਾਕਿਸਤਾਨ 'ਚ ਰਹਿ ਕੇ ਕੋਈ 50-60 ਹਜ਼ਾਰ ਮਹੀਨੇ ਦਾ ਕਮਾਉਣਾ ਚਾਹੁੰਦਾ, ਉਹ ਕਿੰਨੇ ਕੁ ਜਾਨਵਰ ਆ ਹਲੇ ਔਰ ਕਿਹੜੇ ਰੱਖੇ? ਉਹ ਤੇ ਕਿਨਾਲ ਹੀ ਬੰਦੇ ਦੇ ਉਹਦੇ ਲਈ ਸਭ ਤੋਂ ਪਹਿਲੇ ਉਹਦੇ ਕੋਲ ਜਗ੍ਹਾ ਹੋਣੀ ਚਾਹੀਦੀ ਹੈ। ਜਗ੍ਹਾ ਪਹਿਲੀ ਜਿਹੜੀ ਬਾਹਰ ਪਹਿਲੀ ਹੋਣੀ ਚਾਹੀਦੀ ਹੈ, ਡੇਰਾ ਹੋਣਾ ਚਾਹੀਦਾ ਪੱਕਾ ਸੈਟਅਪ ਤੇ ਬੰਦਾ ਆਪ ਖੁਦ ਕਰ ਸਕੇ ਹੋਏ ਕਿ ਮੱਝ ਨੂੰ ਵੇਖ ਉਹ ਗੁਜ਼ਾਰਾ ਕਰ ਸਕਦਾ। ਜਿਹੜਾ ਮੱਝ ਨੂੰ ਵੇਖਦਾ ਕਿ ਮੱਝ ਨੂੰ ਥੋੜਾ ਜਿਹਾ ਸਮਝ ਸਕੇ ਕਿ ਇਹਦੇ ਕੋਈ ਥਾਨੂੰ ਰੋਗ ਹੋਇਆ, ਇਹਨੂੰ ਕੋਈ ਕਿ ਨਾਲ ਢਿੱਲੀ ਮੱਠੀ ਤੇ ਨਹੀਂ ਕਿ ਨਾਲ ਬਿਮਾਰ ਤੇ ਨਹੀਂ ਹੋਈ, ਕੋਈ ਟੀਕਾ ਲਾ ਸਕੇ ਉਹਨੂੰ ਕਿ ਨਾਲ ਹੀ ਇਹਨੂੰ ਨੁਕਸ ਕੀ ਹੈ ਉਹਦਾ ਨੁਕਸ ਜਾਣਦਾ ਹੋਏ ਥੋੜਾ ਬਹੁਤਾ। ਉਹ ਜਿਹੜਾ ਬੰਦਾ ਕਿ ਨਾਲ ਹੀ ਨਵਾਂ ਕੰਮ ਸ਼ੁਰੂ ਕਰੇਗਾ ਉਹਦੇ ਲਈ ਬਹੁਤ ਔਖਾ ਹੈ। ਯਾਨੀ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਜਿਹੜੇ ਵੀ ਨਵੇਂ ਬੰਦੇ ਨੇ ਕੰਮ ਸ਼ੁਰੂ ਕਰਨਾ ਉਹਨੂੰ ਪਹਿਲੇ ਪਤਾ ਹੋਣਾ ਚਾਹੀਦਾ ਕਿ ਆਪਣੇ ਮਾਲਦਾਰ ਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਡੰਗਰ ਨੂੰ ਇਹ ਨੁਕਸ ਹੋਇਆ ਇਹਦਾ ਉਹਦਾ ਇਲਾਜ ਕਰੇ।
ਤੇ ਉਹ ਪਤਾ ਕਰਨ ਵਾਸਤੇ ਜ਼ਾਹਰ ਹੈ ਡੰਗਰ ਰੱਖੇਗਾ ਤਾਂ ਉਹਨੂੰ ਜਾਚ ਆਏਗੀ ਨਾ, ਸੁਣ ਕੇ ਤੇ ਨਹੀਂ ਆਣੀ। ਤਜਰਬਾ ਚਾਹੀਦਾ ਇਹਨਾਂ ਨੂੰ, ਜਿਹਨੂੰ ਨੂੰ ਤਜਰਬਾ ਨਾ ਉਹਨੂੰ ਉੱਤੇ ਟੁਰ ਜਾਣਾ ਤਾਂ ਉਹ ਕੰਮ ਫੇਲ ਹੈ ਉਹਦੇ ਲਈ ਔਖਾ ਹੈ। ਜਿਹਦਾ ਕੰਮ ਨਾ ਆਏ ਫਿਰ ਉਹ ਕੰਮ ਦੇਣਾ। ਠੀਕ ਹੈ, ਮਦਦਦਾਰੀ ਦੇ ਜੇ ਕੋਈ ਉਸ ਚੀਜ਼ ਨੂੰ ਸਮਝੋ। ਸਾਡੇ ਕੋਲ ਮਈਆਂ ਆਈਆਂ ਨੇ 7, ਅਸੀਂ ਆ ਮਈਆਂ ਨੂੰ ਕਿਨਾਰੀ ਪੱਠੇ ਪਾਉਂਦੇ ਆ, ਸਾਨਾਂ 'ਚ ਵੇਖਣਾ ਕਿ ਜਿਹੜੀ ਮੈਂ ਘੱਟ ਪੱਠੇ ਖਾਣ ਨਹੀਂ, ਅਸੀਂ ਉਹਨੂੰ ਬਾਹਰ ਕੱਢ ਕੇ ਉਹਨੂੰ ਕੋਈ ਮਿਰਚ ਮਸਾਲਾ ਦੇਣਾ ਕਿ ਇਹਨੂੰ ਕੋਈ ਟੀਕਾ ਸ਼ੀਕਾ ਲਾਉਣਾ ਕਿ ਉਹਦਾ ਕਿਨਾਰੀ ਉਹ ਵੇਖਣਾ ਕਿ ਉਹਨੂੰ ਨੁਕਸ ਕੀ ਹੈ ਕਿ ਉਹ ਨਹੀਂ ਪੱਠੇ ਖਾਣ ਦੇ। ਜਿਹੜੀ ਕੋਈ ਮਈ ਕਿਨਾਰੀ ਦੁੱਧ ਘੱਟ ਦੇਣ ਡਈ ਹੈ ਉਹਦੇ ਵੱਲ ਗੌਰ ਕਰਨੀ ਕਿ ਜੇ ਮੈਂ ਘਟੀ ਕਿਉਂ ਕਿਨਾਰੀ ਦੁੱਧ ਨੇ ਕਿਉਂ ਘੱਟ ਦਿੱਤਾ। ਸੋ ਕਿਨਾਰੀ ਵਿੱਚ ਕੋਈ ਮਤਲਬ ਕਿ ਇਹਦਾ ਥਾਨ ਸੋਚ ਜਾਂਦਾ ਕਿ ਇਹਨੂੰ ਚੰਦਰੀ ਪੈ ਜਾਂਦੀ ਹੈ, ਸੋ ਵਿੱਚ ਕੋਈ ਨੁਕਸ ਨਿਕਲ ਆਉਂਦਾ ਡੰਗਰਾਂ ਦੇ ਵਿੱਚ ਕਿਨਾਰੀ। ਤੇ ਜਦੋਂ ਕੋਈ ਜਾਨਵਰ ਖੁਦਾ ਨਾ ਖਾਸਤਾ ਬਿਮਾਰ ਹੁੰਦਾ ਹੈ, ਕਿਹੜਾ ਇਲਾਜ ਕਰਦੇ ਹੋ, ਡਾਕਟਰੀ ਜਾਂ ਦੇਸੀ? ਕੰਮ ਦੋਏ ਵੀ ਕਰ ਲਈਦੇ ਨੇ, ਦੇਸੀ ਵੀ ਕਰ ਲਈਦਾ ਕਿਨਾਰੀ ਹੈ ਤੇ ਡਾਕਟਰੀ ਵੀ ਕਰਦਾ। ਜਿੱਦਾਂ ਦੇਸੀ ਚੱਲਦਾ ਹੋਏ ਤੇ ਦੇਸੀ ਦਾ ਇਹ ਕਿ ਹੁੰਦਾ ਕਿ ਤੁੱਕਾ ਹੀ ਲੱਗਦਾ ਤੇ ਦੇਸੀ ਵਾਲਾ ਕੰਮ ਚੱਲ ਗਿਆ ਫਿਰ ਡਾਕਟਰੀ ਕਰੀਦਾ, ਫਿਰ ਡਾਕਟਰ ਮੰਗਵਾਈਦਾ, ਫਿਰ ਡਾਕਟਰ ਆ ਕੰਮ ਕਰਦਾ ਕਿਨਾਰੀ। ਜ਼ਿਆਦਾਤਰ ਇੱਥੇ ਭੱਟੀ ਮੈਡੀਕਲ ਸਟੋਰ ਹੈ ਕਿਨਾਰੀ ਸ਼ਹਿਰ, ਅਸੀਂ ਉੱਥੇ ਜਾ ਕੇ ਨੁਕਸ ਦੱਸਦੇ ਜ਼ਿਆਦਾਤਰ ਤੇ ਵਾਲ ਸਾਹਿਬ ਦੇ ਨਾਲ ਹੀ ਦੇ ਆ ਤੇ ਨੁਕਸ ਦਾ ਸਾਨੂੰ ਪਤਾ ਚੱਲ ਜਾਂਦਾ ਕੀ ਨੁਕਸ ਹੋਇਆ। ਉਹ ਥਾਂ 'ਚ ਮੂੰਹ ਸੜੀ ਹੋ ਗਈ ਹੈ ਜੋ ਵੀ ਹੋਇਆ ਉਹਨਾਂ ਨੂੰ ਜਾ ਕੇ ਦੱਸਣਾ ਸਾਨੂੰ ਸੋਚ ਜੋ ਵੀ ਹੈ ਤੇ ਮੈਂ ਪਿੱਛਾ ਮਾਰਦੀ ਵੀ ਹੈ, ਮੈਂ ਬੱਚਾ ਘੱਟ ਸੁੱਟ ਗਈ ਹੈ, ਮੈਂ ਕਿਨਾਰੀ ਇੰਝ ਹੋ ਗਿਆ, ਫਿਰ ਅਸੀਂ ਉਸ ਹਿਸਾਬ ਨਾਲ ਸਾਨੂੰ ਦਵਾਈ ਦੇ ਦਿੰਦੇ ਨੇ ਕਿਨਾਰੀ। ਜੇ ਕੋਈ ਡੰਗਰ ਰੱਤ ਮੂਤਰ ਜੇ ਕੋਈ ਅਕਸਰ ਕਿਨਾਰੀ ਨੁਕਸ ਨਿਕਲੇ ਰਹਿੰਦੇ ਨੇ ਮਾਲ ਦੇ ਵਿੱਚ ਕਿਨਾਰੀ ਤੇ ਘਾਟਾ ਵਾਲਾ ਹੋ ਜਾਂਦਾ ਮਾਲ ਦੇ ਨਾਲ। ਇਹਨਾਂ ਨੂੰ ਕਿਨਾਰੀ ਟਾਈਮ ਨਾਲ ਦੇਖਭਾਲ ਦੀ ਕਰਨੀ ਹੈ, ਪਾਣੀ ਸ਼ਾਨੀ ਇਹਨਾਂ ਨੂੰ ਟਾਈਮ ਨਾਲ ਡਾਉਣਾ ਪੈਂਦਾ ਕਿਨਾਰੀ, ਹਿਸਾਬ ਨਾਲ ਬੜੀ ਤਵੱਜੋ ਦੇਣੀ ਪੈਂਦੀ ਕਿਨਾਰੀ। ਫਿਕਰਮੰਦ ਐਨੇ ਜਾਨਵਰ ਤੁਸੀਂ ਬਰੀਡਰ ਕਿੰਨੇ ਰੱਖੇ ਨੇ, ਸਾਣ ਕਿੰਨੇ ਰੱਖੇ ਨੇ? ਇਹਨਾਂ 'ਚ ਕਿਨਾਰੀ 90 ਮਈਆਂ 'ਚ ਇੱਕ ਸੰਡਾ ਕਿਨਾਰੀ ਝੋਟਾ ਚੰਗਾ ਰੱਖਿਆ ਕਿਨਾਰੀ। ਕਾਫੀ ਹੁੰਦਾ ਕਿਨਾਰੀ ਰੋਜ਼ ਤੇ ਇੱਕ ਦੋ ਹੀ ਕਰਨੀ ਹੁੰਦੀ ਉਹਨੇ ਕਿਨਾਰੀ ਵਿੱਚ ਜ਼ਿਆਦਾਤਰ ਕੁਝ ਸੁਣਦੀਆਂ ਕੋਈ ਰੂਟੀਨ ਵੱਜ ਜਾਂਦੀ ਹੈ, ਫਿਰ ਇੱਕ ਕੋਈ ਝੋਟਾ ਹੋਰ ਤਿਆਰ ਕਰ ਲਈਦਾ ਕਿਨਾਰੀ। ਜੋ ਤਿਆਰ ਨਾ ਹੋਏ ਫਿਰ ਹੋਰ ਲੈ ਆਈਦਾ ਕਿਨਾਰੀ। ਸਾਨ ਵੀ ਇੱਕ ਹੀ ਰੱਖੀਦਾ। ਤੇ ਤੁਹਾਡੇ ਕੋਲ ਇਸ ਟਾਈਮ ਜ਼ਿਆਦਾ ਮੱਝਾਂ ਕਿਹੜੀ ਨਸਲ ਦੀਆਂ ਨੇ? ਸਾਡੇ ਵਾਲਾ ਸਾਹਿਬ ਨੂੰ ਜਿਹੜਾ ਸ਼ੌਕ ਸੀ ਉਹ ਨੀਲੀ ਦਾ ਸੀ। ਠੀਕ ਹੈ, ਨੀਲੀ ਦੀਆਂ, ਆਰੋ ਵਾਲੇ ਦੀਆਂ, ਡੁੱਡਣ ਦੀਆਂ ਤੇ ਸ਼ਫੀ ਦਾ ਭੱਠੇ ਤੋਂ ਮਾਲ ਲੈਂਦੇ ਰਹੇ ਨੇ ਕਿਨਾਰੀ। ਉੱਥੇ ਸਾਡਾ ਚਾਚੂ ਹੈ ਚੋਰੀ ਬਿੱਲੂ ਬੱਟ, ਉਹਨਾਂ ਕੋਲ ਮਾਲ ਜ਼ਿਆਦਾਤਰ ਲਿਆ। ਇੱਕ ਬਹੁ ਸ਼ਦਾਦ ਨੇ ਕਿਨਾਰੀ ਇੱਥੇ ਸਾਡੇ ਸ਼ਹਿਰ 'ਚ ਫਾਕਾ ਵਾਲੇ ਨਾਂ ਤੋਂ ਮਸ਼ਹੂਰ ਨੇ, ਉਹਨਾਂ ਕੋਲ ਮਾਲ ਲਿਆ। ਹੁਣ ਮੈਂ ਚੋਰੀ ਇਮਰਾਨ ਗੁੱਜਰ ਕਿਨਾਰੀ ਕੰਮਾਂ ਵਾਲੇ ਦਾ, ਉਹਨੇ ਮਾਲ ਲਿਆਂਦਾ 7 ਮਈਆਂ ਦੇ ਕੋਲ ਮੈਂ ਲਿਆਇਆ ਕਿਨਾਰੀਆਂ ਲੱਖਾਂ ਵੇਲੀ ਤੋਂ ਆਈਆਂ ਨੇ ਮਈਆਂ ਕਿਨਾਰੀਆਂ 7 ਮਈਆਂ ਲਿਆਂਦੀਆਂ ਨੇ। ਠੀਕ ਹੈ, ਹਾਂਜੀ। ਤੋ 7 ਮਈਆਂ ਕਿੰਨੇ ਦੀਆਂ ਆਈਆਂ ਨੇ? ਸਾਹਿਬ ਹੈ ਕਿਨਾਰੀ ਸਾਲ 'ਚ ਇਹਨਾਂ ਦਾ ਕਿਨਾਰੀ ਲੈਣ ਦੇਣ ਮੁੱਕਣਾ, ਉਹਨਾਂ ਦਾ ਜੋ ਵੀ ਮੁੱਕ ਮੁਕਈਆ ਹੋਣਾ ਤੇ ਉਹਨਾਂ ਨੇ ਹਿਸਾਬ ਨਾਲ ਕਿ ਭਰਾਵਾਂ ਦੀ ਇਹਨਾਂ ਨੂੰ ਮਾਲ ਲਿਆ ਕਿਨਾਰੀ। ਕਿਸ਼ਤਾਂ ਕੁਸ਼ਤਾਂ ਉਹਨਾਂ ਨੇ ਨਹੀਂ ਕੀਤੀਆਂ, ਜਿਸ ਤਰ੍ਹਾਂ ਸਾਡੇ ਪੈਸੇ ਬਣ ਜਾਣ ਅਸੀਂ ਉਹ ਪੈਸੇ ਦੇ ਦਈਏ। ਸਾਲ 'ਚ ਦੇ ਕੇ 3-6 ਮਹੀਨੇ ਦੇ ਕੇ ਹੁਣ ਟਾਈਮ ਸਾਲ ਦਾ ਤੇ ਮਈ ਸਾਨੂੰ ਕਿਨਾਰੀ ਇੱਕ ਮਈ 3 ਲੱਖ ਤੋਂ ਬਾਹਰ ਪੈਣ ਡਈ ਕਿਨਾਰੀ। ਹੁਣ ਇਹ ਮਸ਼ਵਰਾ ਦਿਓ ਨੇਕ ਕਿ ਜਿਹੜੇ ਲੋਕ ਕਿਸ਼ਤਾਂ ਤੇ ਮਾਲ ਲੈਂਦੇ ਨੇ ਉਹਨਾਂ ਨੂੰ ਲੈਣਾ ਚਾਹੀਦਾ ਕਿ ਨਹੀਂ? ਨਹੀਂ ਲੈਣਾ ਚਾਹੀਦਾ। ਜ਼ਰਾ ਦੱਸਿਓ ਉਹਦਾ ਕੀ ਨੁਕਸਾਨ ਹੋ ਸਕਦਾ? ਉਹਦਾ ਬਹੁਤ ਨੁਕਸਾਨ ਹੈ ਕਿਨਾਰੀ ਮੌਸਮ ਦੇ ਹਿਸਾਬ ਨਾਲ ਮਈਆਂ ਚੱਲਦੀਆਂ ਨੇ ਕਿਨਾਰੀ। ਹੁਣ ਅੱਜ ਕੱਲ੍ਹ ਮੌਸਮ ਹੈ ਖੁਸ਼ਕ, ਇਹ ਮਈਆਂ ਥੱਲੇ ਦੋ ਉਹਨਾਂ ਗੁਸਟਾਲਾ ਖਾਣ ਲੱਪਣਾ, ਇਹਨਾਂ ਮਈਆਂ ਨੇ ਕਿਨਾਰੀ ਦੁੱਧ ਜ਼ਿਆਦਾ ਦੇਣਾ ਕਿਨਾਰੀ। ਸਰਦੀ ਆ ਗਈ ਮਈਆਂ ਇਹਦੇ ਵਿੱਚ ਦੁੱਧ ਘੱਟ ਹੁੰਦਾ, ਘੱਟ ਹੋ ਗਿਆ। ਹੁਣ ਜੋ ਸਟਾਲਾ ਮਈਆਂ ਨੇ ਖਾਣਾ ਨਾ ਜੋ ਅੱਗੋਂ ਮੌਸਮ ਖੁੱਲਣਾ ਕਿਨਾਰੀ 12ਵੇਂ ਤੋਂ ਬਾਅਦ ਫਗਣ ਚੇਤਰ ਤੋਂ ਬਾਅਦ ਫਿਰ ਮੌਸਮ ਜਿਹੜਾ ਮਈਆਂ ਪੂਰੀ ਐਵਰੇਜ ਤੇ ਆ ਜਾਂਦਾ ਕਿਨਾਰੀ ਮਾਲ ਦੁੱਧ ਦਿੰਦਾ। ਫਿਰ ਵੰਡ ਛੰਡ ਨਾ ਪਾਈਏ ਫਿਰ ਦੁੱਧ ਉਧਰੋਂ ਸੌਣ ਦਾ ਭਾਦਰੋਂ ਪੱਠੇ 'ਚ ਦੁੱਧ ਦੇ, ਉਧਰੋਂ ਕਿਨਾਰੀ ਫਗਣ ਤੇ ਚੇਤਰ ਦੁੱਧ ਦੇ, ਹੋਰ ਬਕਾਇਆ ਪੂਰਾ ਸਾਲ ਜੋ ਪਾਉਣਾ ਜੋ ਚੋਣਾ। ਠੀਕ ਹੋ ਗਿਆ ਜੀ। ਜਿਹੜੀ ਮੱਝ ਨਵੀਂ ਹੋਣ ਲੱਗਦੀ ਹੈ ਕਿਹੜਾ ਮਹੀਨਾ ਬਿਹਤਰ ਸਮਝਦੇ ਹੋ ਕਿ ਇਸ ਮਹੀਨੇ 'ਚ ਮੱਝ ਨਵੀਂ ਹੋਣੀ ਚਾਹੀਦੀ ਹੈ? ਉਹ ਅਸੀਂ ਮਹੀਨਾ ਜ਼ਿਆਦਾ ਰੱਖਦੇ ਆ ਜਿਹੜਾ ਪਿੱਛੇ ਨਿਕਲ ਗਿਆ ਕਿਨਾਰੀ। ਇਹ ਜੇਠ ਹਾਰ ਤੇ ਸਾਡੇ ਮਾਲ ਸੂਏ, ਜਿਹੜਾ ਜੇਠ ਹਾਰ 'ਚ ਮਾਲ ਸੂਏਗਾ ਉਹ ਸਾਡਾ ਸਾਲ ਪੂਰਾ ਮਾਲ ਸਾਨੂੰ ਦੁੱਧ ਦੇਗਾ। ਜਿਹੜਾ ਮਾਲ ਹੁਣ ਸੂਣਾ ਕਿਨਾਰੀ ਇਹ ਵੀ ਦੁੱਧ ਦੇਗਾ ਪੂਰੇ ਸਾਲ ਨਾਲ ਰੂਟੀਨ। ਲੇਕਿਨ ਅਸੀਂ ਕਹਿੰਦੇ ਆ ਕਿ ਜਿਹੜਾ ਮਾਲ 9ਵੇਂ 10ਵੇਂ ਮਹੀਨੇ 'ਚ ਗੱਭਣ ਹੋਏ ਉਹ ਸਾਨੂੰ ਜੇਠ ਹਾਰ 'ਚ ਰਲ ਜਾਂਦਾ। ਠੀਕ ਹੈ।